नारा मार के कहांगे दफा जी अपने घर आ मेरा नाम फलक शेर है और मैनू अंदर करा मेरे बच्चों भी करा आ भुख दे नाल मरने आ बेसी ਉਹਦੀ ਘੁੰਮ ਜੇ ਪੈਟਰੋਲ ਕਿੰਨਾ ਸੀ 65 ਰੁਪਏ ਲੀਟਰ ਹੁਣ 3 ਗੁਣਾ ਪੈਟਰੋਲ ਵੱਧ ਗਿਆ ਕੌਣ ਕਰਪਸ਼ਨ ਕਰਦਾ ਪਿਆ ਗੰਜਾ ਕਰਦਾ ਪਿਆ ਭੈਣ ਮੈਂ 12000 ਲਿਆ ਸੀ ਤੇ ਮੈਂ 14000 ਬਿੱਲ ਧਾਰਿਆ ਸੀ ਇਮਰਾਨ ਖਾਨ ਸਾਹਿਬ ਕੋਈ ਖਿਆਲ ਕਰੋ ਗਰੀਬਾਂ ਦਾ ਕੁਝ ਹਯਾ ਕਰੋ ਆਪਣੇ ਆਪ ਉਹ ਗਰੀਬਾਂ ਦਾ ਸੋਚੋ ਗਰੀਬ ਪਿਸ ਗਿਆ ਗਰੀਬ ਮਰ ਗਿਆ ਉੱਕਾ ਹੀ ਰਹਿ ਗਿਆ ਅੱਜ ਪੰਪਾਂ ਦਾ ਤੇਲ ਨਹੀਂ ਮਿਲਦਾ अस्सलाम वालेकुम ਵਾਲਿਸਲਾਮ ਕੀ ਹਾਲ ਹੈ ਭਾਈ ਅੱਲਾਹ ਪਾਕ ਦੀ ਰਹਿਮਤ ਅੱਛਾ ਮੈਨੂੰ ਦੱਸੋ ਫਿਰ ਖਾਨ ਸਾਹਿਬ ਦੀ ਹੁਕੂਮਤ ਦੇ ਮਤਲਬ ਕੀ ਕਹੋਗੇ ਇੰਨੀ ਦੇਰ ਹੋ ਗਈ ਏ ਗਰੀਬ ਮਰ ਗਿਆ ਗਰੀਬ ਪਿਸ ਗਿਆ ਗਰੀਬ ਮਰ ਗਿਆ ਉੱਕਾ ਹੀ ਰਹਿ ਗਿਆ ਅੱਜ ਪੰਪਾਂ ਦਾ ਤੇਲ ਨਹੀਂ ਮਿਲਦਾ ਡਾਲਡਾ ਘਿਓ ਗਰੀਸ ਜਿਹਾ 300 ਤੇ 50 ਰੁਪਏ ਦਾ ਮਹੱਲਿਆਂ 'ਚ ਲਵੋ ਤੇ 317 ਦਾ ਕਿੱਥੇ ਜਾਈਏ ਦੱਸੋ ਸਾਨੂੰ ਇਮਰਾਨ ਖਾਨ ਸਾਹਿਬ ਕੋਈ ਖਿਆਲ ਕਰੋ ਗਰੀਬਾਂ ਦਾ ਕੁਝ ਹਯਾ ਕਰੋ ਆਪਣੇ ਆਪ ਉਹ ਗਰੀਬਾਂ ਦਾ ਸੋਚੋ ਉਹ ਕਹਿੰਦੇ ਹਨ ਮੈਂ ਗਰੀਬਾਂ ਵਾਸਤੇ ਹੀ ਬਣ ਕੇ ਆਇਆ ਇਹ ਬਣ ਗਿਆ ਕੀ ਗਰੀਬਾਂ ਨਹੀਂ ਬਣਿਆ ਉਹ ਅੱਛਾ ਉਹ ਕਹਿੰਦਾ ਹੀ ਪਿਆ ਕਿ ਜਿਹੜੀਆਂ ਉਹ ਕਹਿੰਦੇ ਨੇ ਕਿ ਜਿਹੜੀ ਮਹਿੰਗਾਈ ਹੋਈ ਹੈ ਪਹਿਲੇ ਲੋਕਾਂ ਨੇ ਕਰਪਸ਼ਨ ਕੀਤੀ ਹੈ ਚੋਰੀ ਕੀਤੀ ਉਹਦੀ ਵਜ੍ਹਾ ਤੋਂ ਤੇ ਇਹਨੇ ਘੱਟ ਕੀਤੀ ਇਹਨੇ ਕੀ ਕੀਤਾ ਇਹਨੇ ਕਿਹੜੀ ਤਬਦੀਲੀ ਆਂਦੀ ਹੈ ਗਰੀਬਾਂ ਨੂੰ ਮਾਰਨ ਦੇ ਆ ਕਿਹੜੀ ਇਹਨੇ ਤਬਦੀਲੀ ਆਂਦੀ ਹੈ ਇਹ ਤਬਦੀਲੀ ਹੈ ਕਹਿ ਰਹੇ ਨੇ ਜਿਹੜਾ 560 ਰੁਪਏ ਦਾ ਕਹਿੰਦੇ ਨੇ 60 70 ਸਾਲ ਦਾ ਜਿਹੜਾ 60 70 ਸਾਲ ਦਾ ਜਿਹੜਾ ਗਾਂਧੀ ਕਹਿੰਦੇ ਨੇ 50 ਸਾਲਾਂ 'ਚ ਤੇ ਨਹੀਂ ਨਾ ਮੁੱਕ ਸਕਦਾ ਤੇ ਫਿਰ ਇਹ ਨਾ ਹੁੰਦਾ ਐਡਾ ਚੰਗਾ ਜੋ ਨਾ ਹੁੰਦਾ ਇਹ ਥੋੜਾ ਟਾਈਮ ਲੱਗੇਗਾ ਇਹ ਕ੍ਰਿਕਟ ਖੇਡਦਾ ਸੀ ਇਹਨੂੰ ਸਲਾਮ ਸੀ ਕ੍ਰਿਕਟ ਖੇਡਦਾ ਸੀ ਇਹਨੂੰ ਸਲਾਮ ਸੀ ਇਹ ਜਾਣ ਕੇ ਗਲਤ ਪੰਗੇ 'ਚ ਵੜ ਗਿਆ ਅੱਛਾ ਜੀ ਭੈਣ ਕੀ ਕਹਿੰਦੇ ਹੋ ਉਹ ਖਾਨ ਸਾਹਿਬ ਤੁਸੀਂ ਇੰਜ ਕਰੋ ਕ੍ਰਿਕਟ ਖੇਡਦੇ ਹੋ ਕ੍ਰਿਕਟ ਹੀ ਖੇਡੋ ਸਾਡੇ ਵਾਸਤਾ ਰੋਗ ਨਹੀਂ ਹੈ ਵਜ਼ੀਰ ਆਜ਼ਮ ਬਣਨ ਦਾ ਉਹ ਤੇ ਵਜ਼ੀਰ ਆਜ਼ਮ ਬਣੇ ਕਹਿੰਦੇ 22 ਸਾਲ ਮੈਂ ਮਿਹਨਤ ਕੀਤੀ ਉਸ ਤੋਂ ਬਾਅਦ ਮੈਂ ਵਜ਼ੀਰ ਆਜ਼ਮ ਇਹਨੇ ਸਾਰੀ ਉਮਰ ਤੇ ਖੇਡਦਾ ਰਿਹਾ ਸਾਰਿਆਂ ਕੋਲ ਨਾਰਾ ਮਾਰ ਕੇ ਕਹਾਂਗੇ ਦਫਾ ਜੀ ਆਪਣੇ ਘਰ ਆ ਮੇਰਾ ਨਾਮ ਫਲਕ ਸ਼ੇਰ ਹੈ ਉਹ ਮੈਨੂੰ ਅੰਦਰ ਕਰਾ ਮੇਰੇ ਬੱਚਿਆਂ ਨੂੰ ਵੀ ਕਰਾ ਆ ਭੁੱਖ ਦੇ ਨਾਲ ਮਰਨੇ ਆ ਬੇਸੀ ਉਹਦੇ ਜਿਹੜੇ ਨੇ ਨਾ ਸਪੋਰਟਰ ਉਹ ਕਹਿੰਦੇ ਨੇ ਅਗਲੇ 5 ਸਾਲ ਵੀ ਆ ਜਾਏਗਾ ਹਾਂ ਓਏ ਸੋਚੇਗਾ ਕਹਿੰਦੇ ਉਹ ਜਿਹੜੀ ਨੇ ਵੱਡੇ ਮੂੰਹ ਵਾਲਾ ਹੁੰਦਾ ਉਹ ਵੱਡੇ ਮੂੰਹ ਵਾਲਾ ਅਸੀਂ ਚੋਰਾਂ ਨੂੰ ਫੜਾਂਗੇ ਤੇ ਆਪ ਹੀ ਡਸਕੇ ਦੇ ਚੋਰ ਸਾਬਤ ਹੋਇਆ ਆਪ ਹੀ ਡਸਕੇ ਦੇ ਵੋਟ ਚੋਰੀ ਕਰਕੇ ਸਾਬਤ ਹੋ ਗਿਆ ਇਧਰ ਆ ਇਧਰ ਉਹ ਗੱਲ ਕੀ ਹੈ ਅੱਛਾ ਉਹ ਵੜ ਕੇ ਇਹਦੀ ਮੰਡਲ ਜਮਿਆ ਸੀ ਨਹੀਂ ਅੱਛਾ ਮੈਨੂੰ ਇਹ ਦੱਸੋ ਫਿਰ ਤੁਹਾਨੂੰ ਇਹ ਲੱਗਦਾ ਹੈ ਕਿ ਇਸ ਨੇ ਕੋਈ ਕਾਰਕਰਦਗੀ ਨਹੀਂ ਕੀਤੀ ਗਰੀਬਾਂ ਨੂੰ ਮਾਰਦਾ ਪਿਆ ਬਸ ਸਾਰ ਤੋਂ ਵੱਡੀ ਗੱਲ ਹੈ ਗਰੀਬਾਂ ਨੂੰ ਮਾਰਦਾ ਅੱਛਾ ਜਿਹੜੇ ਕੋਈ 1.5 ਸਾਲ ਰਹਿ ਗਿਆ ਇਹਦੇ ਚ ਕੋਈ ਉਮੀਦ ਹੈ ਕੋਈ ਚੇਂਜਿੰਗ ਆਏ ਕੋਈ ਨਹੀਂ 3.5 ਸਾਲਾਂ 'ਚ ਨਹੀਂ ਆਈ ਤੇ ਹੁਣ ਕੀ ਆਏਗੀ ਅੱਗੋਂ ਕਿਥੋਂ ਹੋਣੀ ਸਾਲ ਦੇ ਅੱਗੋਂ ਕਿੱਥੋਂ ਰਹਿਣੀ ਸਭ ਚੋਰਾਂ ਨੂੰ ਫੜਾਂਗੇ ਓਏ ਆਪੇ ਵੱਡਾ ਚੋਰ ਹੋ ਗਿਆ ਇਹ ਵੀ ਅਸੀਂ ਮੰਨ ਲੈਨੇ ਆ ਠੀਕ ਜਿਹੜੇ ਇਹਦੇ ਅੱਗੇ ਨੇ ਨਾ ਉਹ ਚੋਰ ਬਹੁਤੇ ਨੇ ਖਾਨ ਸਾਹਿਬ ਆਪੀ ਠੀਕ ਨੇ ਨਹੀਂ ਮਗਰ ਇਹ ਠੀਕ ਇਹਦੀ ਗੱਲ ਹੀ ਨਹੀਂ ਮੰਨੀ ਜਾਂਦੀ ਇਹਦੀ ਕੋਈ ਗੱਲ ਨਹੀਂ ਮੰਨਦੇ ਇਹ ਗੱਲ ਕੁਝ ਕਰਦੇ ਨੇ ਉਹ ਦੂਸਰੇ ਨਾਲ ਦੇ ਪੈਂਦੇ ਨੇ ਉਹ ਆਪਣੀ ਬਣਾਉਂਦੇ ਦੇਖੋ ਤੁਹਾਡੀ ਅਦਾਲਤ ਨੇ ਇਹਨੂੰ ਸਾਦਕ ਤੇ ਅਮੀਨ ਕਿਹਾ ਵੇ ਉਹ ਤੇ ਨਵਾਜ਼ ਸ਼ਰੀਫ ਨੂੰ ਉਸਨੇ ਕਿਹਾ ਉਹ ਸਾਦਕ ਤੇ ਅਮੀਨ ਨਹੀਂ ਓ ਯਾਰ ਉਹ ਚੋਰ ਸਨ ਅਦਲੀਆ ਇੱਕ ਸਾਡੇ ਕਮੀਨੇ ਨੂੰ ਆਨੇ ਆ ਬਈ ਸਾਨੂੰ ਕੀ ਫਾਇਦਾ ਜਦੋਂ ਸਾਡੇ ਤੱਕ ਰਿਲੀਫ ਨਹੀਂ ਪਹੁੰਚਿਆ ਤੇ ਸਾਡੇ ਤੱਕ ਰਿਲੀਫ ਨਹੀਂ ਪਹੁੰਚਿਆ ਸੀ ਇਹਨੂੰ ਕਿਵੇਂ ਮੰਨੀਏ ਨਹੀਂ ਅਹਿਸਾਸ ਪ੍ਰੋਗਰਾਮ ਤੇ ਹੈ ਨਾ ਚੱਲਦਾ ਪਿਆ ਉਹਦੇ ਚ ਪ੍ਰੋਗਰਾਮ ਨੂੰ ਤਾਂ ਨਹੀਂ ਸਾਰਿਆਂ ਨੂੰ ਮਿਲਣਾ ਉਹ ਕਿਦੋਂ ਤੱਕ ਪਹੁੰਚਿਆ ਉਹ ਤਾਂ ਇੱਥੇ ਆਏ ਨਹੀਂ ਸਾਸ ਪ੍ਰੋਗਰਾਮ ਭੈਣ ਮੈਂ 12000 ਲਿਆ ਸੀ ਤੇ ਮੈਂ 14000 ਬਿੱਲ ਧਾਰਿਆ ਸੀ ਅੱਲਾ ਸੱਚਾ ਜਾਣਦਾ ਆ ਚੰਗੇ ਲੋਕ ਮੇਰਾ ਮੂੰਹ ਹੈ ਮੈਂ 12000 ਲਿਆ 14000 ਕਰੋਨਾ ਦੇ ਵਿੱਚ ਕੰਮ ਕੋਈ ਨਹੀਂ ਉਹ ਬਿੱਲ ਧਾਰ ਛੜਿਆ ਸੀ ਠੀਕ ਹੋ ਗਿਆ इमरान खान बारे ਇਮਰਾਨ ਖਾਨ ਦੀ ਹੁਕੂਮਤ ਅਭੀ ਤੱਕ इमरान खान ਦੇ ਬਾਰੇ ਜਨਾਬ ਸਿਰਫ ਇਹ ਅਸੀਂ ਅਰਜ਼ ਕਰਾਂਗੇ ਕਿ ਲੋਕਾਂ ਨੂੰ ਰਿਲੀਫ ਮਿਲਣਾ ਚਾਹੀਦਾ ਹੈ ਠੀਕ ਹੈ ਗਰੀਬ ਬੰਦਾ ਜਿਹੜਾ ਵੇ ਉਹਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਮਹਿੰਗਾਈ ਜਿਹੜੀ ਨਾ ਕੰਮ ਹੋਣੀ ਚਾਹੀਦੀ ਹੈ ਬਸ महंगाई कम होनी चाहिए हाँ अभी तक नाकाम हुए हैं अपनी कारकर्दगी की बेस पे ਨਹੀਂ ਕਿਸੇ ਕੰਮ ਦੇ ਵਿੱਚ ਵੀ ਕਾਮਯਾਬ ਨਹੀਂ ਹੋਇਆ ਹਰ ਕੰਮ ਦੇ ਵਿੱਚ ਨਾਕਾਮ ਹੈ ਗਵਰਨਮੈਂਟ ਮਖੇ ਕਿਸੇ ਪਾਸਿਓਂ ਵੀ ਜਿਹੜਾ ਨਾ ਇਹਨਾਂ ਨੇ ਕੋਈ ਕੰਮ ਅੱਛਾ ਨਹੀਂ ਕੀਤਾ ਅਸੀਂ ਤੇ ਖਾਨ ਸਾਹਿਬ ਨੂੰ ਕਵਾਂਗੇ ਕੰਟਰੋਲ ਤੇ ਨਹੀਂ ਹੈ ਉਹਨਾਂ ਕੋ ਚੀਨੀ 170 ਰੁਪਏ ਕਿਲੋ ਹੋ ਗਈ ਆਟਾ ਬੜਾ ਮਹਿੰਗਾ ਹੋ ਗਿਆ ਪੈਟਰੋਲ ਬੜਾ ਮਹਿੰਗਾ ਹੋ ਗਿਆ ਇਹ ਅੱਜ ਫੇਰ ਪੈਟਰੋਲ ਵਧਣਗਾ ਜੇ ਸਮਝ ਲਓ ਕਿ ਸ਼ਾਮ ਤੱਕ ਵੱਧ ਜਾਣਾ 170 ਰੁਪਏ ਲੀਟਰ ਪੈਟਰੋਲ ਹੋ ਜਾਣਾ 200 ਜਾਣਾ ਉਹਨਾਂ ਕੋਲ ਹੁਕੂਮਤ ਕੰਟਰੋਲ ਨਹੀਂ ਆਉਂਦੀ ਤੇ ਉਹਨਾਂ ਨੂੰ ਚਾਹੀਦਾ ਗਰੀਬ ਆਮ ਨੂੰ ਜ਼ਰਾ ਸਹੂਲਤ ਦੇਣ ਲੇਕਿਨ ਉਹ ਹਿਸਾਬ ਕੋ ਨਹੀਂ ਹੈ ਹਰ ਸ਼ੈ ਇੰਨੀ ਮਹਿੰਗਾਈ ਹੁੰਦੀ ਏ ਦਸਤੀ ਸਮਝ ਲਓ ਤੇਜ਼ ਨਾਲ ਚੀਜ਼ਾਂ ਚਲੀ ਜਾਂਦੀਆਂ ਨੇ ਕੋਈ ਫਾਇਦਾ ਨਹੀਂ ਹੈ ਇਹਨਾਂ ਨੂੰ ਘੁੰਮਣ ਕਰਨ ਦਾ ਲੇਕਿਨ ਇਹਨਾਂ ਦਾ ਕਹਿਣਾ ਹੈ ਪਹਿਲੇ ਜਿਹੜੇ ਲੋਕ ਸਨ ਨਾ ਉਹਨਾਂ ਕਰਪਸ਼ਨ ਕੀਤੀ ਉਹਨਾਂ ਦੀ ਵਜ੍ਹਾ ਤੋਂ ਹਾਲਾਤ ਜਿਹੜੇ ਨੇ ਖਰਾਬ ਨੇ ਇੱਥੇ ਸਾਡੀ ਜਿਹੜੀ ਇਹ ਗੱਲ ਨਹੀਂ ਹੈ ਵੇਖੋ ਤੁਸੀਂ ਜਦੋਂ ਕੰਟੇਨਰ ਦੇ ਚੜ੍ਹ ਗਏ ਤਾਂ ਕਹਿੰਦੇ ਹਨ ਪਏ ਇਹ ਬਿੱਲ ਪਾੜ ਦਿਓ ਤੇ ਹੁਣ ਅਸੀਂ ਬਿੱਲ ਪਾੜੀਏ ਤੇ ਅਸੀਂ ਅੰਦਰ ਨਹੀਂ ਜਾਂਦੇ ਇਹ ਗੱਲ ਨਹੀਂ ਹੈ ਵੇਖੋ ਨਾ ਉਹਨਾਂ ਨੇ ਆਪਣੇ ਮੂੰਹ ਕਿਹਾ ਸੀ
ਕਿ ਜਿਹੜਾ ਬੰਦਾ ਮਹਿੰਗਾਈ ਕਰੇਗਾ ਕਰਪਸ਼ਨ ਉਹ ਕਰੇਗਾ ਤੇ ਕਰਪਸ਼ਨ ਕੌਣ ਕਰਦਾ ਪਿਆ? ਖਾਨ ਸਾਹਿਬ ਕਰਦੇ ਨੇ ਪਏ, ਅਸੀਂ ਕਰਨੇ ਪਏ ਆ। ਸਾਡੇ ਉੱਤੇ ਕਰਜ਼ਾ ਚੜਾਈ ਜਾਂਦੇ ਪਏ ਨੇ, IMF ਦੇ ਹਕੂਮਤ ਚਲਾ ਰਹੇ ਨੇ। ਇਹ ਤੁਹਾਡਾ ਪਾਕਿਸਤਾਨ ਹੀ ਉਹ ਚਲਾ ਰਿਹਾ। पहले लोगों ने आखिर कर्जे ले रहे ना, तो कर्जे भी तो वापस करने ने IMF ਕੋਲ ਜਾਣ ਤੋਂ ਇਲਾਵਾ ਤਾਂ ਕੋਈ ਚਾਰਾ ਹੀ ਨਹੀਂ ਹੈ। ਨਹੀਂ ਇਹ ਗੱਲ ਨਹੀਂ ਹੈ। ਹੁਣ ਫਿਰ $198 ਅਰਬ ਲਿਆ ਸਊਦੀਆ ਕੋ। ਗੱਲਾਂ ਸਾਡੇ ਕੋਲ ਸਿੱਧੀਆਂ ਸਾਫ਼ ਨੇ। ਅਸੀਂ ਵੇਖੋ ਨਾ ਯਾਰ, ਗਰੀਬ ਆਮ ਕਿੱਥੇ ਜਾਏਗੀ? ਕਾਹਦੇ ਵਾਸਤੇ ਹੁਕਮਰਾਨ ਨੇ ਨਹੀਂ ਉਹ ਇੰਨੀ ਵੱਡੀ ਇੱਜ਼ਤ ਦਿੱਤੀ ਹੈ, ਗਰੀਬ ਆਮ ਨੂੰ ਲਿਆਉਣ ਵਾਸਤੇ ਦਿੱਤੀ ਹੈ, ਤੇ ਕਾਹਦੇ ਕਿੱਥੇ ਜਾਏਗਾ ਨਾ ਪੈਸਾ? ਦੇਖੋ ਹੁਣ ਮੇਰੀ ਬਾਤ ਸੁਣੋ, ਜਦੋਂ ਖਾਨ ਸਾਹਿਬ ਦੀ ਹੁਕੂਮਤ ਤੋਂ ਪਹਿਲਾਂ ਇਹਨਾਂ ਨੇ ਕਿਹਾ ਕਿ 1 ਸਾਲ ਦੇ ਅੰਦਰ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਕਰੋਨਾ ਆ ਗਿਆ, ਜਿਹਦੀ ਵਜ੍ਹਾ ਤੋਂ ਓਵਰਆਲ ਪੂਰੀ ਦੁਨੀਆ ਦੇ ਉੱਤੇ ਮਹਿੰਗਾਈ ਹੋ ਕੋਈ ਚੁੱਕੀ ਕਰੋਨਾ ਨਹੀਂ ਹੈ। ਤੁਸੀਂ ਵੇਖਿਆ ਕਰੋਨਾ? ਤੁਸੀਂ ਵੇਖਿਆ? ਨਹੀਂ ਸਾਡੇ ਇੱਥੇ ਮਰੇ ਯਾਰ ਆਹ ਕੇਸ ਨਹੀਂ ਵੇਖਿਆ ਸਾਰੀ ਜ਼ਿੰਦਗੀ ਪੂਰੀ ਇੱਥੇ। ਦੁਨੀਆ ਨੂੰ ਉਸਨੇ ਇੰਜੈਕਟ ਕੀਤਾ। ਤੁਸੀਂ ਕੀ ਕਰ ਰਹੇ ਹੋ ਹੈਂ? ਚਲੋ ਤੁਸੀਂ ਨਹੀਂ ਮੰਨਦੇ ਆ ਤੁਹਾਡੀ ਰਾਏ, ਲੇਕਿਨ ਪੂਰੀ ਦੁਨੀਆ ਦੇ ਕਰੋਨਾ ਦੀ ਵਜ੍ਹਾ ਘਿਓ ਦਾ ਪੈਕਟ ਕਿੰਨੇ ਦਾ ਲੈਂਦੇ ਹੋ? ਸੂਫੀ ਆਇਲ ਦੱਸੋ 120 ਦਾ, 120 ਦਾ। ਹੁਣ ਕਿੰਨੇ ਦਾ ਲੈ ਰਹੇ ਹੋ? 420 ਦਾ। ਤੇ ਅੱਜ ਰਾਤੀ ਕਿੰਨਾ ਰੇਟ ਹੋ ਗਿਆ? 500 ਰੁਪਈਆ, 495 ਰੁਪਈਏ। ਤੇ ਕਰਪਸ਼ਨ ਕੋ ਕਰਦਾ ਪਿਆ? ਨਵਾਜ਼ ਸ਼ਰੀਫ ਕਰਦਾ ਪਿਆ ਕਰਪਸ਼ਨ, ਉਹ ਕਰਦਾ ਪਿਆ। ਉਹਦੀ ਘੁੰਮ ਚ ਪੈਟਰੋਲ ਕਿੰਨਾ ਸੀ? 65 ਰੁਪਏ ਲੀਟਰ। ਹੁਣ 3 ਗੁਣਾ ਪੈਟਰੋਲ ਵੱਧ ਗਿਆ। ਕੌਣ ਕਰਪਸ਼ਨ ਕਰਦਾ ਪਿਆ? ਗੰਜਾ ਕਰਦਾ ਪਿਆ। ਅੱਛਾ, ਤੁਸੀਂ ਅਗਰ ਸਮਝਦੇ ਹੋ ਸਾਡੀ ਜਿਹੜੀ ਅਦਲੀਆ ਹੈ ਨਾ, ਮੁਅੱਜ਼ਜ਼ ਅਦਲੀਆ, ਉਸਨੇ ਇਮਰਾਨ ਖਾਨ ਨੂੰ ਸਾਦਕ ਤੇ ਅਮੀਨ ਕਿਹਾ, ਨਵਾਜ਼ ਸ਼ਰੀਫ ਨੂੰ ਤਾਂ ਉਸਨੇ ਖਾਦਮ ਨਬੀ ਜੀ ਨਹੀਂ ਕਹਿਣਾ ਆਉਂਦਾ ਬੰਦੇ ਨੂੰ। ਹਾਂਜੀ, ਸਾਦਕ ਤੇ ਅਮੀਨ ਕਿਹਾ, ਮਤਲਬ ਉਸਨੇ ਕਿਹਾ ਇਹਨੂੰ ਕੋਈ ਨਬੀਆਂ ਇਲਾਵਾ ਕੋਈ ਨਹੀਂ ਹੈ। ਕਿਹੜਾ ਸਾਦਕ ਅਮੀਨ? ਉਹ ਪਹਿਲਾਂ ਨੇ। ਸਾਡੇ ਨਬੀਆਂ ਦੇ ਮੁਸ਼ਕਲ ਆਈ ਹੈ। ਮੇਰੀ ਬਾਤ ਸੁਣ, ਮੇਰੀ ਬਾਤ ਸੁਣ। ਉਹਨੂੰ ਕਿਹੜਾ ਕਹਿੰਦਾ ਤੁਹਾਡੀ ਜਿਹੜੀ ਅਦਾਲਤ ਹੈ ਨਾ, ਸੁਪਰੀਮ ਕੋਰਟ ਹੈ, ਮੁਅੱਜ਼ਜ਼ ਅਦਲੀਆ ਹੈ, ਉਸਨੇ ਜਦੋਂ ਕੇਸ ਦੀ ਸਮਾਅਤ ਕੀਤੀ ਨਾ, ਉਸਨੇ ਕਿਹਾ ਇਮਰਾਨ ਖਾਨ ਨੂੰ ਕਿ ਇਹ ਸਾਦਕ ਤੇ ਅਮੀਨ ਹੈ, ਮਤਲਬ ਇਸਨੇ ਕੋਈ ਕਰਪਸ਼ਨ ਨਹੀਂ ਕੀਤੀ। ਨਵਾਜ਼ ਸ਼ਰੀਫ ਦੀ ਜਦੋਂ ਵਾਰੀ ਆਈ, ਉਸਨੇ ਕਿਹਾ ਇਸ ਨੂੰ ਕਰਪਸ਼ਨ ਕੀਤੀ। ਤੁਹਾਡੀ ਇੱਕ ਮੁਅੱਜ਼ਜ਼ ਅਦਲੀਆ ਉਹ ਇਹ ਬਾਤ ਕਹਿ ਰਹੀ ਪਈ ਹੈ, ਤੇ ਤੁਸੀਂ ਇੱਕ ਕੇਸ ਵੀ ਵਹਾ ਦਿਓ ਮੈਨੂੰ ਸ਼ਬਾਸ਼ ਸ਼ਰੀਫ ਦੇ ਉੱਤੇ। ਜਿੰਨੇ ਵੀ ਇਹਨਾਂ ਨੇ ਕੇਸ ਕੀਤੇ ਨੇ ਨਾ, ਇੱਕ ਕੇਸ ਵੀ ਨਹੀਂ ਫੜਿਆ ਗਿਆ। ਸਾਰੇ ਝੂਠੇ ਨਿਕਲੇ ਨੇ। ਇਹ ਸਿਆਸਤ ਕਿਹਨੂੰ ਕਹਿੰਦੇ ਨੇ ਭਾਈ? ਇਹਨੂੰ ਤੇ ਸਿਆਸਤ ਕਹਿੰਦੇ ਨੇ। ਅੱਛਾ, ਬਿਲਕੁਲ। ਅਗਰ ਮੈਂ ਤੁਹਾਡੀ ਬਾਤ ਨਾਲ ਐਗਰੀ ਕਰਨਾ, ਠੀਕ ਹੈ, ਇਹ ਨਹੀਂ ਅਗਰ ਨਵਾਜ਼ ਸ਼ਰੀਫ ਵੀ ਸਾਦਕ ਤੇ ਅਮੀਨ ਹੈ, ਤੇ ਫਿਰ ਬਾਹਰ ਕਿਉਂ ਬੈਠਾ ਹੈ ਇੱਥੇ ਆ ਕੇ ਅਦਾਲਤਾਂ ਦਾ ਸਾਹਮਣਾ? ਇੱਥੇ ਇਲੈਕਸ਼ਨ ਹੋਏ ਹਨ MP ਦੇ, MNA ਦੇ, ਠੀਕ ਹੈ। ਜਦੋਂ PTI ਨੇ ਇੰਨੀ ਫੈੜਾ ਕਰਾਈ ਹੈ, ਤੁਸੀਂ ਉਦੋਂ ਆਏ ਹੋ ਇੱਥੇ? ਬਿਲਕੁਲ, ਮੈਂ ਇੱਥੇ ਹੀ ਸਾਂ, ਕਵਰੇਜ ਕੀਤੀ। ਹਾਂ, ਆਪਣੀ ਅੱਖੀ ਵੇਖਿਆ ਜੇ। ਵੋਟ ਪੈਣ ਹੀ ਨਹੀਂ ਵੋਟ ਪੈਣ ਨਹੀਂ ਦਿੰਦੇ। ਇਹਨਾਂ ਨੇ ਵੋਟਿੰਗ ਘੁਆ ਛੜੀ ਸੀ ਘੰਟਾ ਪਹਿਲਾਂ ਹੀ। 20 ਬੰਦੇ ਬਾਅਦ ਗਿਆ ਘੰਟਾ ਬੰਦੇ ਹੀ ਹੋਣ, ਕਿਹੜਾ ਬੰਦੇ ਦਾ ਨਾਂ ਲੈ ਫਾਇਦਾ ਨਹੀਂ ਹੈ। ਮੈਂ ਤੁਹਾਡੀ ਸਾਰੀ ਬਾਤ ਨਾਲ, ਹਰ ਇੱਕ ਦਾ ਆਪਣਾ ਪੁਆਇੰਟ ਆਫ ਵਿਊ ਹੁੰਦਾ ਹੈ, ਮੈਂ ਐਗਰੀ ਕਰਨਾ, ਲੇਕਿਨ ਮੈਨੂੰ ਇਹ ਇੱਕ ਬਾਤ ਹੈ, ਦੱਸੋ ਜੇ ਨਵਾਜ਼ ਸ਼ਰੀਫ ਹੈ, ਸਾਦਕ ਅਮੀਨ ਹੈ, ਤੁਹਾਡੇ ਬਕੌਲ ਅਗਰ ਕਹਿੰਦੇ ਆ, ਮੇਰੇ ਬਕੌਲ ਵੀ ਨਹੀਂ ਹੈ ਸਾਦਕ ਅਮੀਨ। ਨਵਾਜ਼ ਸ਼ਰੀਫ ਨਹੀਂ ਹੈ, ਹਾਂ, ਨਹੀਂ ਹੈ। ਅੱਛਾ, ਤੇ ਯਾਰ ਫਿਰ ਉਹ ਬਾਹਰ ਕਿਉਂ ਬੈਠਾ? ਜਾ ਕੇ ਉਹਨੂੰ ਆਣਾ ਯਾਰ ਪੈਸਾ ਉਹਦੇ ਕੋਲ, ਤੁਹਾਡੇ ਕੋਲ ਪੈਸਾ ਆਏਗਾ, ਤੁਸੀਂ ਵੀ ਟੁਰ ਜਾਓ ਬਾਹਰ। ਯਾਰ, ਦਵਾਈ ਲੈ। ਇੱਥੇ ਉਹਨੂੰ ਜੀਣ ਦਿੰਦੇ ਹੀ ਨਹੀਂ। ਇੱਥੇ ਜਦੋਂ ਆਉਂਦਾ ਉਹਨੂੰ ਨਾਲ ਹੀ ਅੰਦਰ ਤੁੰਦੇ ਨੇ, ਤੇ ਇੱਥੇ ਕੀ ਕਰੇ ਆ ਗਏ भाजी। महंगाई इतनी हो गई है कि रेट बढ़ जाते हैं, गाहक नहीं होता। कोई भी चीज़ बताते हैं ना कस्टमर को, अगर हमारे तो वही 5-10 रुपए ही होते हैं हमारे, तो कस्टमर रुकता ही नहीं है, चला जाता है। परफॉर्मेंस मजबूरी तौर तो ये नहीं अच्छे जा रहे, क्योंकि महंगाई बहुत ज़्यादा है। हम कारोबारी लोग हैं, एक चीज़ अगर हम एक हफ्ते में 10 लाख की लेते हैं, अब 16 लाख में भी नहीं मिल रही। दुकानदार हजरात बहुत परेशान हैं, क्योंकि माल एक मिल नहीं रहा है, कि 1.5 गुना ज़्यादा कीमत मिल रहा है। वो कारोबारी हालात बहुत ख़राब हुए हुए हैं, हर लोग परेशान है, हर तबका परेशान। अच्छा, मुझे ये बताएं, आप माशाल्लाह कारोबार करते हैं, ये 2018 के इलेक्शन के बाद की अब की जो परफॉर्मेंस है और इससे पहले जो इलेक्शन हुआ था? पहले अच्छी थी, बहुत अच्छी थी। पहले हर कुछ सुकून में था, कारोबारी लोग भी, निचला तबका भी, सब। अब तो बहुत परेशान है। वैसे हम ये देखते हैं जो ही न्यू हुकूमत आती है ना, उस हुकूमत में महंगाई ज़रूर होती है, हर होती है, इसमें भी हुई है। वैसे आपको ये लगता है इसमें ज़्यादा हो गई है? नहीं, बहुत ज़्यादा हुई है, ज़्यादा नहीं, बहुत ज़्यादा हुई है। हाँ जी, एक तो होती है ज़्यादा, ये बहुत ज़्यादा हो गई है। मैंने पहले बोला ना, कारोबारी लोग बहुत परेशान हैं। अच्छा, क्या रीज़न आपको क्या लगता है क्यों इसने ज़्यादा महंगाई की थी? इसका तो ये कहना है पहले लोग करप्ट थे, उनकी वजह से। नहीं, वो भी उनकी बात हो सकता ठीक हो, लेकिन ये माफिया है पीछे ना, माफिया बैठा हुआ पीछे, वो कर रहा है सब कुछ। हुकूमत में बस है, बेबस है। बेबस है। माफिया जो अपनी मर्जी मनवा रहा है, किसी तबके से भी है, तो हुकूमत इसलिए बेबस है, लोग परेशान हैं। ना कम ही है, 50-50 है, मतलब इतनी अच्छी नहीं है। अच्छी नहीं है। नहीं,
इस मज़ीद बेहतर होनी चाहिए थी। हाँ जी, होनी चाहिए। अभी तक मतलब आपके ख्याल में क्या, आपको क्या लगता है, क्या रीज़न है कि जो अभी तक वो बेहतर परफॉर्मेंस नहीं दिखा सका? रीज़न यही है कि वो मतलब कुछ कर ही नहीं रहे, महंगाई कर रहे हैं ना, इससे तो कुछ नहीं ना होगा, महंगाई से कुछ नहीं होगा। महंगाई कम करनी चाहिए सबसे पहले, महंगाई कम होगी सब कुछ ठीक हो जाएगा। महंगाई नहीं कम हो रही। महंगाई सबसे बड़ा, आपको ये लगता है सबसे बड़ा इशू महंगाई है? महंगाई है, ये जो ज़रूरत की चीज़ें इससे कम होनी चाहिए, सबसे बड़ा मसला ये है, ये कम होगी सब कुछ ठीक हो जाएगा। वैसे अगर हम देखें ना, जो भी नई हुकूमत आती है उस हुकूमत में महंगाई होती है, ठीक है, तो इस हुकूमत में भी महंगाई हुई है, लेकिन आप क्या समझते हैं कि हुकूमत को एक महंगाई को कंट्रोल करना चाहिए, इसके अलावा और क्या करना चाहिए? यही महंगाई को कंट्रोल करना चाहिए, सब कुछ ठीक हो जाएगा। नई हुकूमत आती है तो लेकिन इतनी महंगाई आज तक मैंने भी नहीं देखी, किसी भी नहीं देखी, इतनी महंगाई कभी नहीं देखी। सबसे मसला ये है महंगाई कम करे। ਅਸੀਂ ਤਾਂ ਭਾਈ ਆਪਣਾ ਇਹਦੇ ਤੇ ਮੁਤਮਿਨ ਨਹੀਂ ਆ। वजह ਹੈ ਕਿ ਭਾਈ ਮਹਿੰਗਾਈ ਮੇਨ ਹਰ ਇਸ਼ੂ ਮਹਿੰਗਾਈ ਤੇ ਆ ਖਤਮ ਹੁੰਦਾ। ਮਹਿੰਗਾਈ ਇੰਨੀ ਜ਼ਿਆਦਾ ਕਿ ਆਪਣਾ ਹਰ ਬੰਦਾ ਪਰੇਸ਼ਾਨ ਹੋ ਜਾਵੇ। ਹਾਂਜੀ, ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪਹਿਲੇ ਲੋਕ ਸਨ ਉਹਨਾਂ ਨੇ ਕਰਪਸ਼ਨ ਕੀਤੀ, ਉਹਦੀ ਵਜ੍ਹਾ ਤੋਂ ਮਹਿੰਗਾਈ ਹੋਈ। ਲੇਕਿਨ ਦੇਖੋ ਜੇ ਭਾਈ ਉਹਨਾਂ ਨੇ ਕਰਪਸ਼ਨ ਕੀਤੀ ਹੈ, ਜੇ ਉਹਨਾਂ ਨੇ ਕੁਝ ਕੰਮ ਹੀ ਤੇ ਕਰਕੇ ਦਿਖਾਇਆ ਨਾ, ਤੇ ਇਹਨਾਂ ਦੇ ਕਹਿ ਲਓ ਕੋਈ 3 ਜਾਂ 3.5 ਸਾਲ ਹੋ ਗਏ ਨੇ, ਇਹਨਾਂ ਨੇ ਕਿਹੜਾ ਕੰਮ ਕੀਤਾ? ਕੋਈ ਵੀ ਕੰਮ ਨਹੀਂ ਕੀਤਾ। ਉਹਨਾਂ ਦੇ ਫਿਰ ਵੀ ਮੌਜੂਦਾ सूरत हाल ਦੇ ਵਿੱਚ ਬੰਦੇ ਬਾਹਰ ਨਿਕਲ ਆਉਂਦੇ ਸਨ, ਲੇਕਿਨ ਇਹਦੀ ਵਜ੍ਹਾ ਤੋਂ ਅਗਲੇ ਬੰਦੇ ਵੀ ਨਹੀਂ ਬਾਹਰ ਪੇ ਨਿਕਲਦੇ ਕਿ ਮਾਮਲਾਤ ਹੀ ਉਲਟ ਹੋ ਗਏ ਆ। ਅੱਛਾ, ਉਹਨਾਂ ਦਾ ਖਾਨ ਸਾਹਿਬ ਜਾਂ ਹੁਕੂਮਤੀ ਵਜ਼ਰਾ ਉਹ ਕਹਿੰਦੇ ਨੇ ਕਿ ਅਸੀਂ ਪਹਿਲੇ ਸਾਲ ਦੇ ਅੰਦਰ ਜਿਹੜੀ ਸੀ ਪਰਫਾਰਮੈਂਸ ਬੈਸਟ ਕੀਤੀ ਸੀ, ਲੇਕਿਨ ਅੱਗੋਂ ਕਰੋਨਾ ਆ ਗਿਆ, ਜਿਹਦੀ ਵਜ੍ਹਾ ਤੋਂ ਓਵਰਆਲ ਪੂਰੀ ਦੁਨੀਆ ਦੇ ਉੱਤੇ ਨਾ ਇਹਦਾ ਜਿਹੜਾ ਹੈ ਨਾ ਅਸਰ ਅੰਦਾਜ਼ ਹੋਇਆ, ਉਹਦੀ ਵਜ੍ਹਾ ਤੋਂ ਮਹਿੰਗਾਈ ਹੁਣ ਜ਼ਿਆਦਾ ਹੋ ਰਹੀ ਹੈ। ਨਹੀਂ ਭਾਈ ਦੇਖੋ, ਉਹਦੇ ਨਾਲ ਤੇ ਮਹਿੰਗਾਈ ਦਾ ਦੇਖੋ ਨਾ ਇਸ਼ੂ ਹੀ ਨਹੀਂ ਹੈ। ਜੇ ਦੇਖੋ ਕਰੋਨਾ ਆਇਆ ਤੇ ਲੋਕਾਂ ਨੇ ਪੱਲੇ ਖਾਦਾ, ਇਹਨਾਂ ਨੇ ਕੀ ਦੇ ਦਿੱਤਾ ਆ? ਇਹ ਤੇ ਦੇਖੋ ਨਾ, ਪੂਰੀ ਦੁਨੀਆ ਦੇ ਉੱਤੇ ਮਹਿੰਗਾਈ ਹੋਈ ਕਰੋਨਾ ਜੇ ਲੇਕਿਨ ਬਾਈ ਹੋਈ ਹੈ, ਲੇਕਿਨ ਮੇਨ ਤੇ ਸਾਡੇ ਦੇ ਵਿੱਚ ਇਹ ਹੀ ਦੇਖਿਆ ਜਾਂਦਾ ਕਿ ਆਟਾ, ਘਿਓ, ਚੀਨੀ, ਆਇਲ ਵਗੈਰਾ ਹੈ, ਠੀਕ ਹੈ, ਉਹ ਹੀ ਮਹਿੰਗਾ ਹੋ ਗਿਆ। ਭਾਵੇਂ ਹੋਰ ਕੋਈ ਵੀ ਚੀਜ਼ ਮਹਿੰਗੀ ਹੋਏ ਨਾ, ਉਹ ਤਾਂ ਧਿਆਨ ਨਹੀਂ ਜਾਏਗਾ ਆਵਾਮ ਦਾ, ਲੇਕਿਨ ਮੇਨ ਜਿਹੜੀ ਘਰੇਲੂ ਏਸ਼ੀਆ ਨਾ ਉਹਦੇ ਤੇ ਜ਼ਿਆਦਾ ਹੋ ਜਾਂਦਾ। अस्सलाम वालेकुम। वालेकुम सलाम। क्या हाल है भाई? क्या है भाई? ठीक है, शुक्र। इमरान खान साहब की हुकूमत के मतलब क्या बोलेंगे, क्या कहेंगे, कैसी कारकर्दगी है, कैसे गुज़रोकात हो रहे हैं? सबसे पहले इमरान खान के बारे में मैं ये कहना चाहता हूँ, ठीक है, ये कई लोग कह रहे हैं कि महंगाई है, ये है, वो है, पेट्रोल नहीं मिलता, ये नहीं करता। पिछली हुकूमत ने जो कारकर्दगी दिखाई है, ये तो उनका तोहफा है ना। ये महंगाई बारे, ये पेट्रोल नहीं मिल रहा, ये हो रहा है, लेकिन इमरान खान जैसा ईमानदार लीडर कभी ना आएगा। लेकिन और मुझे ये भी इंशाल्लाह उम्मीद है कि अगली बारी जो है वो भी इमरान खान की, आपका ये ख्याल है? लेकिन मुझे ये बताएं, इमरान खान साहब ने ये बोला था कि जिस वक्त जो महंगाई होती है ना, जो चीज़ों की कीमतें बढ़ती हैं, पेट्रोल की कीमत बढ़ती है, तो आपकी जो लीडरशिप है ना वो चोर होती है। इमरान खान जैसा चल रहा है, और आवाम तो यही चाहती है, ये जो इमरान खान की तेल नहीं मिल रहा, ये नहीं मिल रहा, वो नहीं मिल रहा, लेकिन नवाज शरीफ जो है ना, उन्होंने करप्शन की है, इसीलिए महंगाई है। और मैं ये बात जानता हूँ कि इमरान खान इंशाल्लाह इस मुल्क का नज़रिया अच्छा बनाएंगे और मुस्तकबिल बनाएंगे। और दूसरी बात ये है, एहसास प्रोग्राम में जो एहसास बंदा हसांदा पिया भाई पंजाबी च गल कर लो, कोई इशू नहीं है। अच्छा, इमरान खान इंशाल्लाह इस मुल्क का जड़ा है ना, सरबरा वे ते दलेर है, न डर है, और इंशाल्लाह मुल्क ਨੂੰ ਅੱਗੇ ਬਿਹਤਰ ਕਰੇਗਾ। लेकिन फिर महंगाई क्यों ਹੁੰਦੀ ਪਈ? ਹਰ ਚੀਜ਼ ਦੇ ਵਿੱਚ ਜਿਹੜੀਆਂ ਨੇ ਕੀਮਤਾਂ ਹਰ ਇੱਕ ਦੀਆਂ ਵਾਧੀਆਂ ਪਈਆਂ ਨੇ। ਵਾਧੀ ਦੀਆਂ ਨੇ, ਲੇਕਿਨ ਹੁਣ ਜਦੋਂ ਕਰਜ਼ਾ ਜੋ ਦੇਣਾ ਜੇ ਮੁਲਕ ਦੇ ਦੂਜੇ ਮੁਲਕਾਂ ਦਾ ਜਿਹੜਾ ਕਰਜ਼ਾ ਵੇ, ਉਹ ਤੇ ਤੁਹਾਨੂੰ ਦੇਣਾ ਪੈਣਾ, ਠੀਕ ਹੈ। ਜਿਵੇਂ ਇੱਥੇ ਕਿਸ਼ਤਾਂ ਦੇ ਸਮਾਨ ਲਵੋ, ਠੀਕ ਹੈ, ਮਹਿੰਗੀ ਲੱਭਦੀ, ਨਕਦਾਂ ਤੇ ਲਵੋ ਤੇ ਤੁਹਾਨੂੰ ਸਸਤੀ ਲੱਭ। ਅੱਛਾ, ਠੀਕ।